ਲੜੀਵਾਰ ਕਥਾ ਸਾਹਿਬ ਦੇ ਪਾਵਨ ਸਵਰੂਪ ਦੀ ਆਪਾਂ ਵਿਚਾਰ ਰਹੇ ਹਾਂ। ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਕੱਲ ਬੇਨਤੀ ਪ੍ਰਵਾਨ ਕਰਦਿਆਂ ਹਾਜ਼ਰੀਆਂ ਭਰੀਆਂ, ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ। ਜੈਤਸਰੀ ਦੀ ਪਾਵਨ ਵਾਰ ਜੋ ਕੱਲ ਪ੍ਰਾਰੰਭ ਹੋਈ, ਇੱਕ ਸ਼ਲੋਕ ਤੇ ਇੱਕ ਪੌੜੀ ਆਪਾਂ ਕੱਲ ਵਿਚਾਰੀ ਸੀ। ਦੂਸਰਾ ਸ਼ਲੋਕ ਮਹਾਰਾਜ ਜੀ ਉਚਾਰਨ ਕਰ ਰਹੇ ਨੇ, ਸਰਵਣ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ। ਧੰਨ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਜੀ ਫਰਮਾਉਂਦੇ ਹਨ, ਰਚੰਤ ਜੀ ਰਚਨਾ, ਇਸ ਜੀਵ ਦੀ ਰਚਨਾ ਨੂੰ ਪਰਮੇਸ਼ਰ ਨੇ ਰਚਿਆ। ਰਚ ਕੇ ਰੱਖਿਆ ਕਿੱਥੇ? ਸਭ ਤੋਂ ਪਹਿਲਾਂ ਰੱਖਿਆ ਮਾਤਾ ਦੇ ਗਰਭ ਵਿੱਚ, ਇਹਨੂੰ ਸਥਾਪਨ ਕੀਤਾ। ਰਚਨਾ ਇਤਨੇ ਕਮਾਲ ਦੀ ਪਰਮੇਸ਼ਰ ਦੀ ਰਚੀ ਹੋਈ ਵਿਸਮਾਦ ਹੈ। ਨਿਰੰਕਾਰ ਦੀ ਬਿੰਦ ਤੇ ਜਿਨ ਪਿੰਡ ਕੀਆ, ਤੂੰ ਨਿਰੰਕਾਰ ਨੇ, ਵਿਧਾਤੇ ਨੇ, ਅਕਾਲ ਪੁਰਖ ਨੇ ਜੀਵ ਦੀ ਰਚਨਾ ਕੀਤੀ। ਇੱਕ ਖੇਡ ਨੂੰ ਹਾਲੇ ਤੱਕ ਨਹੀਂ ਕੋਈ ਸਮਝ ਸਕਿਆ। ਸਾਇੰਸ ਨੇ ਭਾਵੇਂ ਬੜੀ ਤਰੱਕੀ ਕਰ ਲਈ, ਉਹ ਵੀ ਨਹੀਂ ਜਾਣ ਸਕੇ ਕਿ ਅਸਲ ਵਿੱਚ ਜੀਵ ਦਾ ਜਨਮ ਹੁੰਦਾ ਕਦੋਂ ਹੈ, ਉਹ ਜਨਮ ਚਾਹੁੰਦਾ ਕਦੋਂ ਹੈ। ਜਿਸ ਦਿਨ ਮਾਤਾ ਦੇ ਉਦਰ ਵਿੱਚ ਪਿਤਾ ਦੇ ਬਿੰਦ ਰਾਹੀਂ ਪ੍ਰਵੇਸ਼ ਕੀਤਾ, ਕਿ ਆਤਮਾ ਉਦੋਂ ਆਉਂਦੀ ਹੈ ਜਾਂ ਫਿਰ ਸਰੀਰ ਦੇ ਅੰਗ ਜਾਂ ਪ੍ਰਤਿਅੰਗ ਸੰਪੂਰਨ ਰੂਪ ਵਿੱਚ ਬਣ ਜਾਂਦੇ ਹਨ, ਉਦੋਂ ਆਉਂਦੀ ਹੈ। ਇਹਦੇ ਬਾਰੇ ਕੋਈ ਨਹੀਂ। ਕਿਸ ਛਿਨ ਵਿੱਚ ਉਸ ਆਤਮਾ ਨੇ, ਜੀਵ ਆਤਮਾ ਨੇ ਉਸ ਵਿੱਚ ਪ੍ਰਵੇਸ਼ ਕੀਤਾ, ਇਹਦੇ ਬਾਰੇ ਕੋਈ ਨਹੀਂ ਜਾਣ ਸਕਿਆ। ਇਹ ਰਚਨਾ ਪਰਮੇਸ਼ਰ ਦੀ ਰਚੀ ਹੋਈ। ਤੂੰ ਨਿਰੰਕਾਰ ਵਿਧਾਤੇ ਨੇ ਇਸ ਜੀਵ ਦੀ ਰਚਨਾ ਰਚੀ। ਦੁਰਲਭ ਦੇਹ ਸਵਾਰ ਤਰੀ, ਆਹ ਦੁਰਲਭ ਕਾਇਆ ਪਰਮੇਸ਼ਰ ਨੇ ਸਵਾਰ ਦਿੱਤੀ, ਬਣਾ ਦਿੱਤੀ। ਔਰ ਐਸੀ ਘਾੜਤ ਘੜੀ ਹੈ ਇਸ ਮਨੁੱਖੀ ਸਰੀਰ ਦੇ ਰੂਪ ਵਿੱਚ ਪਰਮਾਤਮਾ ਨੇ ਕਮਾਲ ਕੀਤਾ ਪਿਆ। ਇੱਕ ਇੱਕ ਅੰਗ ਪ੍ਰਤਿਅੰਗ ਨੂੰ ਨਿਰੰਕਾਰ ਪਰਮੇਸ਼ਰ ਨੇ ਕੈਸੇ ਸੁੰਦਰ ਤਰੀਕੇ ਨਾਲ ਬਣਾਇਆ। ਦੁਨੀਆ 'ਚ ਬੜੇ ਬੜੇ ਇੰਜੀਨੀਅਰ ਹੋਣਗੇ, ਬਹੁਤ ਬਹੁਤ ਕੁਝ ਬਣਾਉਣ ਵਾਲੇ, ਪਰ ਮਨੁੱਖੀ ਸਰੀਰ ਦੀ ਘਾੜਤ ਕੱਢਣ ਵਿੱਚ ਕੋਈ ਵੀ ਸક્ષਮ ਨਹੀਂ ਹੈ। ਐਸਾ ਅਕਾਲ ਪੁਰਖ ਪਰਮੇਸ਼ਰ ਦਾ ਬਣਾਇਆ ਇਹ ਪਸਾਰਾ ਹੈ, ਜਿਸ ਨੇ ਜੀਵ ਨੂੰ ਬਣਾ ਕੇ, ਸਰੀਰ ਬਣਾ ਕੇ ਮਾਤਾ ਦੇ ਗਰਭ ਦੇ ਵਿੱਚ ਇਸ ਜੀਵ ਦੀ ਰਚਨਾ ਕਰਕੇ ਸਥਾਪਨ ਕੀਤਾ। ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਣ ਨਾ ਬਿਨਾਸਨੰ। ਉੱਥੇ ਮਾਤਾ ਦੇ ਉਦਰ ਦੇ ਵਿੱਚ ਪਿਆ ਹੋਇਆ ਇਹ ਸਵਾਸ ਸਵਾਸ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਸੇ ਸਿਮਰਨ ਦੀ ਬਰਕਤ ਕਰਕੇ ਜਿਹੜੀ ਮਾਤਾ ਦੇ ਉਦਰ ਦੀ ਮਹਾ ਅਗਨੀ ਹੈ, ਉਹ ਇਹਨੂੰ ਵਿਆਪਦੀ ਨਹੀਂ ਹੈ। ਨਹੀਂ ਤਾਂ ਉੱਥੇ ਮਾਤਾ ਸਖਤ ਤੋਂ ਸਖਤ ਚੀਜ਼ਾਂ ਖਾਂਦੀ, ਪੇਟ 'ਚ ਜਾ ਕੇ ਉਹ ਸਾਰੀਆਂ ਭਸਮ ਹੋਈ ਜਾਂਦੀਆਂ, ਸੜੀ ਜਾਂਦੀਆਂ। ਪਰ ਇਹਦਾ ਸਰੀਰ, ਇਹਦੀ ਕਾਇਆ ਉਸ ਜਠਰ ਅਗਨੀ ਤੋਂ ਬਚੀ ਹੋਈ ਹੈ, ਤਾਂ ਉਹਦੀ ਬਰਕਤ ਹੈ ਪਰਮੇਸ਼ਰ ਦੇ ਸਿਮਰਨ ਦੀ। ਜਿਵੇਂ ਮਾਤਾ ਦੇ ਉਦਰ ਦੇ ਵਿੱਚ ਸਵਾਸ ਸਵਾਸ ਸਿਮਰਨ ਉਸ ਅੱਗ ਤੋਂ ਬਚਾਉਂਦਾ ਨਾ, ਤੈਸੇ ਇਹ ਸੰਸਾਰ ਦੇ ਵਿੱਚ ਵਰਤਦੀ ਹੋਈ ਜਿਹੜੀ ਤ੍ਰਿਸ਼ਨਾ ਤੇ ਵਿਕਾਰਾਂ ਦੀ ਅੱਗ ਹੈ, ਇਸ ਅਗਨੀ ਤੋਂ ਵੀ ਸਵਾਸ ਸਵਾਸ ਕੀਤਾ ਸਿਮਰਨ ਨਹੀਂ ਬਚਾ ਸਕਦਾ, ਹੋਰ ਕੋਈ ਨਹੀਂ। ਇੱਥੇ ਵੀ ਅੱਗ ਬਲਦੀ। ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ।
ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰਹੁ। ਤਾਰਨ ਇਹ ਸੰਸਾਰ ਦੀ ਵੀ ਇਹ ਜਿਹੜੀ ਅੱਗ ਦਾ ਸਮੁੰਦਰ ਹੈ, ਤਾਰਹੁ ਤਾਰਨ ਹਾਰੇ। ਇਹ ਤਾਰਨਹਾਰ, ਇੱਥੇ ਵੀ ਤੁਸੀਂ ਤਾਰਨਾ ਸਾਨੂੰ, ਉੱਥੇ ਵੀ ਤੁਸੀਂ ਰੱਖਿਆ, ਇੱਥੇ ਵੀ ਤੁਸੀਂ ਰੱਖਣਾ। ਤੋ ਇਸ ਪ੍ਰਕਾਰ ਪਰਮੇਸ਼ਰ ਦਾ ਸਿਮਰਨ ਹੀ ਹੈ ਜਿਸ ਦੁਆਰਾ ਇਹ ਮਹਾ ਅਗਨੀ ਜਿਹੜੀ ਮਾਇਆ ਦੀ ਹੈ ਉਹ ਇਸ ਜੀਵ ਨੂੰ ਨਹੀਂ ਵਿਆਪਦੀ। ਮੁਖ ਤਲੈ ਪੈਰ ਉਪਰੇ, ਵਸੰਦੋ ਕੁਹਥੜੈ ਥਾਏ। ਕੈਸਾ ਜੀਵ ਦਾ ਉੱਥੇ ਨਿਵਾਸ ਹੈ ਮਾਤਾ ਗਰਭ 'ਚ। ਮੁਖ ਤੱਲੇ ਹੈ, ਉਲਟਾ ਲਟਕਦਾ ਹੈ। ਮੁਖ ਤਲੇ, ਪੈਰ ਉੱਪਰ ਹਨ, ਉਲਟਾ ਲਟਕ ਰਿਹਾ ਹੈ। ਔਰ ਬੜੀ ਕੋਝੀ ਥਾਂ ਹੈ ਜਿੱਥੇ ਵਸਦਾ ਹੈ। ਜਿੱਥੇ ਉਲਟਾ ਮੁਖ ਹੈ ਉੱਥੋਂ ਮਾਤਾ ਦਾ ਵਿਸਟਾ, ਗੰਦਗੀ ਜਿਹੜੀ ਹੈ ਇਹਦੇ ਮੂੰਹ ਦੇ ਕੋਲੋਂ ਦੀ ਗੁਜ਼ਰਦੀ ਹੈ। ਵਸੰਦੋ ਕੁਹੱਥੜਾ ਥਾਏ। ਕੁਹੱਥੜਾ ਕੋਈ ਉਹ ਥਾਂ ਰਹਿਣ ਵਾਲੀ ਨਹੀਂ ਹੈ ਜਿੱਥੇ ਪੁੱਠਾ ਲਟਕਣਾ, ਉਹ ਵੀ 9 ਮਹੀਨਿਆਂ ਤੱਕ। ਉਹ ਰਹਿਣ ਵਾਲਾ ਸਥਾਨ ਤਾਂ ਨਹੀਂ ਹੈ, ਪਰ ਉੱਥੇ ਵਸਦਾ ਹੈ, ਉੱਥੇ ਰਹਿੰਦਾ ਹੈ। ਹਾਂਜੀ। ਨਾਨਕ ਸੋ ਧਣੀ ਕਿਉ ਵਿਸਾਰਿਓ, ਉਤਰਹਿ ਜਿਸ ਦੈ ਨਾਏ। ਉੱਥੇ ਕੋਝੇ ਥਾਂ ਤੇ ਪਰਮੇਸ਼ਰ ਨੇ ਤੇਰੀ ਰੱਖਿਆ ਕੀਤੀ ਹੈ। ਤੈਨੂੰ ਜਨਮ ਦੇ ਕੇ ਸੰਸਾਰ ਵਿੱਚ ਲਿਆਂਦਾ ਹੈ, ਉਸ ਗੰਦਗੀ ਵਿੱਚੋਂ ਕੱਢਿਆ ਤੈਨੂੰ ਵਾਹਿਗੁਰੂ ਨੇ, ਪਰਮੇਸ਼ਰ ਨੇ। ਤੇ ਹੇ ਸੱਜਣਾ, ਜਿਹਨੇ ਤੇਰੇ ਤੇ ਇੰਨਾ ਤਰਸ ਕੀਤਾ, ਤੂੰ ਉਹਨੂੰ ਵਿਸਾਰਦਾ ਕਿਉਂ ਹੈ ਆਪਣੇ ਹਿਰਦੇ ਚੋਂ? ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਸ ਮਾਲਕ ਨੂੰ ਕਿਉਂ ਵਿਸਾਰਦਾ? ਉਧਰ ਹੈ ਜਿਸ ਦਾ ਨਾਂ ਏ, ਜਿਸ ਦਾ ਨਾਂ ਲੈ ਕੇ ਤੂੰ ਉਧਰ ਦਾ ਸੰਸਾਰ ਚੋਂ ਤਰ ਸਕਦਾ, ਉਧਰਿਆ ਉਹਨੂੰ ਆਪਣੇ ਹਿਰਦੇ ਚੋਂ ਕਿਉਂ ਵਿਸਾਰਦਾ ਹੈ? ਪੌੜੀ ਵਿੱਚ ਹੁਣ ਸ਼ਲੋਕ ਦੀ ਵਿਆਖਿਆ ਕਰਦੇ ਹਨ। ਰਖਤ ਬਿੰਦ ਕਰ ਨਿਮਿਆ, ਅਗਨ ਉਦਰ ਮਜਾਰ। ਰਕਤ ਮਾਂ ਦਾ ਰਕਤ ਹੁੰਦਾ ਖੂਨ, ਤੇ ਪਿਤਾ ਦਾ ਬਿੰਦ, ਉਹਦੇ ਤੋਂ ਤੂੰ ਨਿੰਮਿਆ ਬਣਿਆ। ਤੇਰਾ ਸਰੀਰ ਨਿੰਮਿਆ ਦਾ ਮਤਲਬ ਬਣਿਆ, ਪੈਦਾ ਹੋਇਆ। ਬਣਿਆ ਕਿੱਥੇ? ਮਾਤਾ ਦੇ ਉਦਰ ਦੇ ਵਿੱਚ, ਜਿੱਥੇ ਅਗਨੀ ਬਲਦੀ ਹੈ। ਅਗਨ ਉਦਰ ਮਝਾਰ ਵਿੱਚ, ਉਦਰ ਦੀ ਅਗਨੀ ਦੇ ਵਿੱਚ ਪਰਮੇਸ਼ਰ ਨੇ ਮਾਂ ਦਾ ਖੂਨ ਲੈ ਕੇ ਔਰ ਪਿਤਾ ਦਾ ਬਿੰਦ ਲੈ ਕੇ ਤੇਰੇ ਇਸ ਸਰੀਰ ਨੂੰ ਬਣਾਇਆ ਔਰ ਰੱਖਿਆ ਕਿੱਥੇ? ਮਾਤਾ ਦੇ ਉਦਰ ਦੀ ਅਗਨੀ ਵਿੱਚ। ਉਰਦ ਮੁਖ ਕੁਚੇਲ ਬਿਕਲ, ਨਰਕ ਕੋਰ ਗੁਬਾਰ। ਉੱਥੇ ਉਲਟਾ ਮੂੰਹ ਹੈ, ਮੂੰਹ ਦੇ ਕੋਲੋਂ ਕੁਚੀਲ, ਜੋ ਅਪਵਿੱਤਰ ਮਲ ਮੂਤਰ ਹੈ ਉਹ ਇਹਦੇ ਕੋਲੋਂ ਦੀ ਗੁਜ਼ਰਦਾ ਹੈ। ਬੜਾ ਵਿਆਕੁਲ ਹੁੰਦਾ ਉਸ ਵੇਲੇ, ਬਿਕਲ ਵਿਆਕੁਲ ਹੁੰਦਾ ਹੈ। ਇਸ ਤਰ੍ਹਾਂ ਕਹਿ ਸਕਦੇ ਆ ਵੀ ਉਹ ਜਿੱਥੇ ਘੁੱਪ ਹਨੇਰਾ ਹੀ ਹਨੇਰਾ, ਉਹ ਘੋਰ ਨਰਕ ਹੈ। ਨਰਕ ਘੋਰ ਗੁਬਾਰ ਦੇ ਤੁਲ ਹੈ, ਅੰਧਕਾਰ ਹੀ ਅੰਧਕਾਰ ਹੈ ਉੱਥੇ ਹਨੇਰੇ ਵਿੱਚ। ਤੇ ਘੋਰ ਨਰਕ ਦੇ ਸਮਾਨ ਉਹ ਥਾਂ ਹੈ ਐ ਜੀਵ ਜਿੱਥੇ ਤੇਰਾ ਨਿਵਾਸ ਹੁੰਦਾ ਹੈ। ਹਰ ਸਿਮਰਤ ਤੂੰ ਨਾ ਜਲ ਹੈ, ਮਨ ਤਨ ਉਰਤਾਰ। ਉੱਥੇ ਹਰੀ ਦੇ ਸਿਮਰਨ ਕਰਕੇ ਨਹੀਂ ਤੂੰ ਸੜਿਆ, ਨਹੀਂ ਤਾਂ ਸੜ ਜਾਂਦਾ ਤੇਰਾ ਵੀ ਸਰੀਰ ਉਹਦੇ ਵਿੱਚ। ਜਿੱਥੇ ਖਾਧੀ ਰੋਟੀ ਸੜ ਸਕਦੀ ਹੈ, ਜਿੱਥੇ ਖਾਧੇ ਰੋੜਾਂ ਵਰਗੀਆਂ ਵਸਤੂਆਂ ਜਿਹੜੀਆਂ ਮਾਤਾ ਦੇ ਉਦਰ 'ਚ ਸੜ ਸਕਦੀਆਂ ਨੇ, ਤੂੰ ਤਕੂਲੇ ਜਿਹੇ ਸਰੀਰ ਵਾਲਾ ਕਿਵੇਂ ਬਚਿਆ ਰਿਹਾ ਭਾਈ? ਹਰੀ ਦੇ ਸਿਮਰਨ ਕਰਕੇ ਨਹੀਂ ਸੜਿਆ ਤੂੰ ਉੱਥੇ। ਤੇ ਜਿਸ ਦੇ ਸਿਮਰਨ ਕਰਕੇ ਤੂੰ ਮਾਤਾ ਦੇ ਉਦਰ ਵਿੱਚ ਨਹੀਂ ਸੜਿਆ, ਹੇ ਭਾਈ ਉਹਨੂੰ ਆਪਣੇ ਮਨ ਵਿੱਚ ਔਰ ਆਪਣੇ ਤਨ 'ਚ ਵਸਾ। ਉਹਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰ। ਬਿਖਮ ਥਾਨੋ ਜਿਨ ਰੱਖਿਆ, ਜਿਹਨੇ ਉਸ ਬਿਖਮ ਥਾਂ ਤੋਂ, ਬੜਾ ਔਖਾ ਥਾਂ ਸੀ, ਉਥੋਂ ਤੈਨੂੰ ਰੱਖਿਆ ਹੈ। ਇਸ ਤਿਲ ਨਾ ਵਿਸਾਰ, ਇਸ ਤਿਲ ਨਾ ਵਿਸਾਰ, ਉਹਨੂੰ ਆਪਣੇ ਹਿਰਦੇ 'ਚ ਨਾ ਵਿਸਾਰ।
ਉਹਨੂੰ ਆਪਣੇ ਹਿਰਦੇ ਚੋਂ ਨਾ ਤਿਆਗ, ਜਿਸ ਨੇ ਇਹੋ ਜੇ ਔਖੇ ਥਾਂ ਤੇ ਤੇਰੀ ਰੱਖਿਆ ਕੀਤੀ ਹੈ। ਪ੍ਰਭ ਬਿਸਰਤ ਸੁਖ ਕਦੇ ਨਾਹੀ, ਜਾ ਸਹਿ ਜਨਮ ਹਾਰ। ਪ੍ਰਭੂ ਦੇ ਵਿਸਰਦਿਆਂ ਕਦੇ ਵੀ ਸੁਖ ਪ੍ਰਾਪਤ ਨਹੀਂ ਹੁੰਦਾ, ਔਰ ਮਨੁੱਖ ਆਪਣੇ ਜਨਮ ਦੀ ਬਾਜੀ ਨੂੰ ਹਾਰ ਜਾਂਦਾ ਹੈ। ਆਪਣੇ ਇਸ ਜਨਮ ਦੀ ਬਾਜੀ ਨੂੰ ਹਾਰ ਜਾਂਦਾ ਮਨੁੱਖ, ਔਰ ਹਰੀ ਨੂੰ ਵਿਸਾਰ ਕੇ ਕਦੇ ਵੀ ਸੁਖ ਪ੍ਰਾਪਤ ਨਹੀਂ ਹੁੰਦਾ। ਸੁਖ ਤਾਂ ਸਾਹਿਬ ਦੇ ਸਿਮਰਨ ਵਿੱਚ ਹੈ। ਸਤਿਗੁਰੂ ਜੀ ਆਪਣੇ ਸਿਮਰਨ ਵਿੱਚ ਸਾਨੂੰ ਲਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।